ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਸੀ ਕਿਉਂਕਿ ਅੱਜ ਮੇਰੇ ਵਿਆਹ ਦਾ ਦਿਨ ਸੀ। ਵਿਆਹ ਵਾਲੇ ਲਾਲ ਰੰਗ ਦੇ ਲਹਿੰਗੇ ਵਿੱਚ ਮੈਂ ਬਹੁਤ ਸੋਹਣੀ ਲੱਗਦੀ ਸੀ। ਸਾਰਿਆਂ ਨੇ ਦਿਲ ਖੋਲ੍ਹ ਕੇ ਮੇਰੀ ਤਾਰੀਫ ਕੀਤੀ। ਮੈਂ ਆਪਣੇ ਵਿਆਹ ਵਾਲਾ ਲਹਿੰਗਾ ਪਾ ਕੇ ਆਪਣੇ ਜੀਵਨ ਸਾਥੀ ਦਾ ਇੰਤਜ਼ਾਰ ਕਰ ਰਹੀ ਸੀ। ਮੇਰੇ ਦਿਲ ਵਿੱਚ ਹਜ਼ਾਰਾਂ ਸੁਪਨੇ ਸੀ। ਹਰ ਲੜਕੀ ਦੀ ਤਰ੍ਹਾਂ ਮੈਂ ਵੀ ਰੋਮਾਂਟਿਕ ਅਤੇ ਖੂਬਸੂਰਤ ਸ਼ਾਦੀशुदा ਜ਼ਿੰਦਗੀ ਦਾ ਸੁਪਨਾ ਦੇਖਿਆ ਸੀ। ਪਰ ਮੇਰਾ ਇਹ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਮੇਰਾ ਵਿਆਹ ਮੇਰੇ ਜੀਜੇ ਦੇ ਨਾਲ ਤੈਅ ਹੋ ਗਿਆ। ਅਜਿਹਾ ਨਹੀਂ ਸੀ ਕਿ ਉਹ ਉਮਰ ਵਿੱਚ ਮੇਰੇ ਨਾਲੋਂ ਵੱਡੇ ਸੀ। ਉਹ ਪੜ੍ਹਿਆ ਲਿਖਿਆ ਲੜਕਾ ਸੀ, ਪਰ ਮੈਂ ਹਮੇਸ਼ਾ ਉਹਨੂੰ ਆਪਣੇ ਜੀਜਾ ਜੀ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਮੇਰੀ ਦੀਦੀ ਸੁਨੀਤਾ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਸੱਸ ਨੇ ਮੇਰੀ ਮਾਂ ਨੂੰ ਰਿਸ਼ਤੇ ਦੇ ਬਾਰੇ ਪੁੱਛਿਆ ਤਾਂ ਮੇਰੀ ਮਾਂ ਮੈਨੂੰ ਬਿਨਾਂ ਪੁੱਛੇ ਹੀ ਮੰਨ ਗਈ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਬਹੁਤ ਗੁੱਸੇ ਹੋਈ ਤੇ ਕਾਫੀ ਦਿਨਾਂ ਤੱਕ ਆਪਣੇ ਪਰਿਵਾਰ ਨਾਲ ਗੱਲ ਨਾ ਕੀਤੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ਬੇਟਾ, ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਤੇਰੇ ਲਈ ਕੋਈ ਗਲਤ ਫੈਸਲਾ ਨਹੀਂ ਕਰਨਾ ਚਾਹੁੰਦੇ, ਪਰ ਵਿਕਾਸ ਸੁੰਦਰ ਅਤੇ ਪੜ੍ਹਿਆ ਲਿਖਿਆ ਆਦਮੀ ਆ। ਉਸ ਦੀ ਚੰਗੀ ਗੱਲ ਇਹ ਆ ਕਿ ਉਹ ਲਾਲਚੀ ਅਤੇ ਵਧੀਆ ਕਮਾਈ ਕਰਦਾ। ਤੂੰ ਉਸ ਦੇ ਨਾਲ ਵਿਆਹ ਕਰਨ ਨੂੰ ਇਸ ਲਈ ਮਨਾ ਕਰਦੀ ਆ ਕਿਉਂਕਿ ਉਸ ਦਾ ਵਿਆਹ ਤੇਰੀ ਭੈਣ ਨਾਲ ਹੋਏ ਨੂੰ 2 ਸਾਲ ਹੋ ਗਏ ਆ। ਕਦੇ ਕਦੇ ਵਕਤ ਦੇ ਨਾਲ ਰਿਸ਼ਤੇ ਬਦਲ ਜਾਂਦੇ ਆ। ਮੇਰੀ ਬੱਚੀ, ਫਿਰ ਵੀ ਜੇ ਤੂੰ ਮਨਾ ਕਰਨਾ ਚਾਹੁੰਦੀ ਆ ਤਾਂ ਮੈਂ ਵਿਕਾਸ ਦੀ ਮਾਂ ਨੂੰ ਫੋਨ ਕਰਕੇ ਮਨਾ ਕਰ ਦਿੰਨੀ ਆ। ਤੂੰ ਰਾਤ ਨੂੰ ਮੈਨੂੰ ਹਾਂ ਜਾਂ ਨਾ ਬਾਰੇ ਦੱਸ ਦੇਣਾ। ਮੰਮੀ ਇੰਨਾ ਕਹਿ ਕੇ ਚਲੀ ਗਈ ਤੇ ਮੈਂ ਸੋਚਾਂ ਵਿੱਚ ਪੈ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ। ਮੈਂ ਆਪਣੀ ਇੱਕ ਦੋਸਤ ਨੂੰ ਫੋਨ ਮਿਲਾਇਆ ਉਸ ਤੋਂ ਸਲਾਹ ਲੈਣ ਲਈ। ਮੈਨੂੰ ਉਸਨੇ ਕਿਹਾ ਕਿ ਦੁਨੀਆ ਬਹੁਤ ਮਤਲਬੀ ਆ। ਸਾਨੂੰ ਆਪਣੇ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਆ ਕਿਉਂਕਿ ਉਹ ਆਪਣੇ ਨਾਲੋਂ ਵੱਧ ਜਾਣਦੇ ਆ ਕੀ ਸਹੀ ਆ ਤੇ ਕੀ ਗਲਤ ਆ। ਮੈਨੂੰ ਲੱਗਣ ਲੱਗਿਆ ਮੇਰੀ ਮਾਂ ਦਾ ਫੈਸਲਾ ਸਹੀ ਆ। ਮੈਂ ਆਪਣੀ ਮਾਂ ਦੇ ਕੋਲ ਗਈ ਤੇ ਉਹਨਾਂ ਨੂੰ ਕਿਹਾ ਮੈਂ ਵਿਕਾਸ ਦੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਮਾਂ ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਖੁਸ਼ ਹੋਈ ਤੇ ਉਸਨੇ ਮੈਨੂੰ ਗਲ ਨਾਲ ਲਾ ਲਿਆ। ਮੈਂ ਵਿਆਹ ਤੋਂ ਬਾਅਦ ਸੁਨੀਤਾ ਦੀਦੀ ਨੂੰ ਖੁਸ਼ ਤੇ ਵਧੀਆ ਕੱਪੜੇ ਪਾਇਆ ਦੇਖਿਆ ਸੀ, ਜਿਸ ਦੀ ਵਜ੍ਹਾ ਨਾਲ ਮੇਰੇ ਦਿਲ ਵਿੱਚ ਕੋਈ ਡਰ ਨਹੀਂ ਸੀ। ਵਿਆਹ ਤੋਂ ਬਾਅਦ ਜਦੋਂ ਪਹਿਲੇ ਦਿਨ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਕੰਧ 'ਤੇ ਲੱਗੀ ਆਪਣੀ ਭੈਣ ਦੀ ਫੋਟੋ ਦੇਖੀ ਤੇ ਕਿਹਾ, ਮੇਰੀ ਪਿਆਰੀ ਭੈਣ, ਮੈਨੂੰ ਤੇਰੀ ਬਹੁਤ ਯਾਦ ਆਉਂਦੀ ਆ। ਤੂੰ ਆਪਣੀਆਂ ਸਾਰੀਆਂ ਖੁਸ਼ੀਆਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ। ਇੰਨਾ ਕਹਿ ਕੇ ਮੈਂ ਆਪਣੇ ਬੈੱਡ 'ਤੇ ਬੈਠ ਗਈ ਤੇ ਵਿਕਾਸ ਦਾ ਇੰਤਜ਼ਾਰ ਕਰਨ ਲੱਗੀ। ਇੰਨੇ ਨੂੰ ਕਮਰੇ ਦੀ ਕੁੰਡੀ ਖੁੱਲ੍ਹੀ ਅਤੇ ਵਿਕਾਸ ਅੰਦਰ ਆਏ। ਮੇਰੀ ਭੈਣ ਦੀ ਫੋਟੋ ਲੈ ਕੇ ਚਲੇ ਗਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ। ਮੈਂ ਉਸ ਦੇ ਪਿੱਛੇ ਪਿੱਛੇ ਕਮਰੇ ਵਿੱਚੋਂ ਬਾਹਰ ਆ ਗਈ। ਉਹ ਉਸ ਫੋਟੋ ਨੂੰ ਲੈ ਕੇ ਇੱਕ ਕਮਰੇ ਵਿੱਚ ਵੜ ਗਿਆ ਤੇ ਕਮਰਾ ਬੰਦ ਕਰ ਲਿਆ। ਮੈਂ ਹੈਰਾਨ ਹੋਈ ਪਰ ਕੀ ਕਰ ਸਕਦੀ ਸੀ। ਮੈਂ ਆਪਣੇ ਭਾਰੀ ਕੱਪੜਿਆਂ ਤੋਂ ਪਰੇਸ਼ਾਨ ਹੋਣ ਲੱਗੀ। ਸਵੇਰ ਤੋਂ ਸ਼ਾਮ ਤੱਕ ਆਰਾਮ ਨਾ ਮਿਲਣ ਕਾਰਨ ਮੈਨੂੰ ਨੀਂਦ ਆਉਣ ਲੱਗੀ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਤੇ ਕੱਪੜੇ ਚੇਂਜ ਕਰਕੇ ਸੌਂ ਗਈ। ਅਗਲੀ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੇ ਸਿਰਹਾਣੇ ਮੇਰੇ ਪਤੀ ਵਿਕਾਸ ਬੈਠੇ ਸੀ ਤੇ ਮੇਰੀ ਸੱਸ ਉਸ ਨੂੰ ਨਾਸ਼ਤੇ ਲਈ ਕਹਿ ਰਹੀ ਸੀ। ਮੈਨੂੰ ਉੱਠਦੀ ਦੇਖ ਵਿਕਾਸ ਬੋਲੇ, ਨਵੇਂ ਜੀਵਨ ਦੀ ਨਵੀਂ ਸਵੇਰ ਮੁਬਾਰਕ ਹੋਵੇ। ਵਿਕਾਸ ਨੇ ਇੰਨੇ ਪਿਆਰ ਨਾਲ ਕਿਹਾ ਤੇ ਮੈਂ ਪਿਛਲੀ ਰਾਤ ਦਾ ਖਰਾਬ ਮੂਡ ਵੀ ਭੁੱਲ ਗਈ ਤੇ ਹੱਸ ਪਈ। ਉਦੋਂ ਹੀ ਮੇਰੀ ਨਿਗਾਹ ਸਾਹਮਣੇ ਕੰਧ 'ਤੇ ਦੀਦੀ ਦੀ ਫੋਟੋ 'ਤੇ ਪਈ। ਦੀਦੀ ਦੀ ਫੋਟੋ ਦੁਬਾਰਾ ਉਸੇ ਜਗ੍ਹਾ 'ਤੇ ਲੱਗੀ ਹੋਈ ਸੀ। ਮੈਂ ਤਾਂ ਥੋੜ੍ਹੀ ਹੈਰਾਨ ਵੀ ਹੋਈ। ਮੈਂ ਵਿਕਾਸ ਤੋਂ ਪੁੱਛਣ ਹੀ ਵਾਲੀ ਸੀ ਕਿ ਇੰਨੇ ਨੂੰ ਨਾਸ਼ਤਾ ਆ ਗਿਆ। ਅਸੀਂ ਦੋਨਾਂ ਨੇ ਇਕੱਠਿਆਂ ਨਾਸ਼ਤਾ ਕੀਤਾ ਤੇ ਅੱਜ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਵਿਕਾਸ ਦਾ ਰਵੱਈਆ ਦੇਖ ਕੇ ਲੱਗਦਾ ਸੀ ਕਿ ਹੁਣ ਅਸੀਂ ਇੱਕ ਦੂਜੇ ਨੂੰ ਸਮਝ ਪਾਵਾਂਗੇ। ਦਿਨ ਤਾਂ ਇਸ ਤਰ੍ਹਾਂ ਲੰਘ ਗਿਆ, ਪਰ ਜਦੋਂ ਰਾਤ ਆਈ ਤਾਂ ਵਿਕਾਸ ਨੇ ਫਿਰ ਉਵੇਂ ਹੀ ਕੀਤਾ। ਦੀਦੀ ਦੀ ਫੋਟੋ ਲਾਹੀ ਤੇ ਦੂਜੇ ਕਮਰੇ ਵਿੱਚ ਚਲਿਆ ਗਿਆ। ਮੈਨੂੰ ਮਨ ਹੀ ਮਨ ਉਸ 'ਤੇ ਤਰਸ ਆ ਰਿਹਾ ਸੀ ਕਿ ਇਹ ਦੀਦੀ ਨੂੰ ਭੁੱਲ ਹੀ ਨਹੀਂ ਰਿਹਾ। ਮੈਂ ਫਿਰ ਉਸ ਦੇ ਪਿੱਛੇ ਗਈ ਤਾਂ ਉਸਨੇ ਕਮਰਾ ਫਿਰ ਬੰਦ ਕਰ ਲਿਆ। ਕਮਰੇ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸੀ ਜੋ ਮੈਨੂੰ ਸੁਣਾਈ ਨਹੀਂ ਦਿੱਤੀਆਂ। ਇੰਨੇ ਨੂੰ ਮੇਰੀ ਸੱਸ ਉੱਥੇ ਆ ਗਈ। ਉਹ ਮੇਰਾ ਮੂੰਹ ਦੇਖ ਕੇ ਸਮਝ ਗਈ ਤੇ ਕਿਹਾ, ਕੁਝ ਦਿਨਾਂ ਦੀ ਗੱਲ ਆ, ਸਭ ਠੀਕ ਹੋ ਜਾਊਗਾ। ਮੈਂ ਨਿਰਾਸ਼ ਹੋ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ।
ਤੇ ਆਪਣੀ ਦੀਦੀ ਬਾਰੇ ਸੋਚਣ ਲੱਗੀ। ਦੀਦੀ ਜਦੋਂ ਪੇਕੇ ਆਉਂਦੀ ਸੀ ਤਾਂ ਬਹੁਤ ਖੁਸ਼ ਰਹਿੰਦੀ ਸੀ, ਪਰ ਜਦੋਂ ਮੈਂ ਇੱਥੇ ਮਿਲਣ ਉਸ ਨੂੰ ਆਉਂਦੀ ਤਾਂ ਉਹ ਅਜੀਬ ਜਿਹੀ ਉਲਝਣ ਵਿੱਚ ਉਲਝੀ ਦੇਖੀ ਸੀ। ਉਹ ਰਾਤ ਨੂੰ ਕਈ ਘੰਟੇ ਬਾਹਰ ਘੁੰਮਦੀ ਰਹਿੰਦੀ ਸੀ। ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਹੱਸਦੀ ਅਤੇ ਮੈਨੂੰ ਟਾਲਦੀ ਹੋਈ ਕਹਿੰਦੀ, ਬਸ ਮੇਰਾ ਕਮਰੇ ਵਿੱਚ ਦਿਲ ਘਬਰਾ ਰਿਹਾ ਸੀ, ਇਸ ਕਰਕੇ ਬਾਹਰ ਆ ਗਈ। ਇਹ ਗੱਲ ਮੈਂ ਆਪਣੀ ਮਾਂ ਨੂੰ ਵੀ ਦੱਸੀ ਤਾਂ ਉਹ ਵੀ ਹੱਸਣ ਲੱਗੀ। ਕਹਿੰਦੀ, ਕਮਲੀਏ, ਨਵੇਂ ਘਰ ਵਿੱਚ ਐਡਜਸਟ ਕਰਨ ਨੂੰ ਥੋੜ੍ਹਾ ਟਾਈਮ ਲੱਗਦਾ। ਤੇ ਫਿਰ ਮੈਂ ਵੀ ਇਸ ਭਰਮ ਨੂੰ ਆਪਣੇ ਦਿਲ ਵਿੱਚੋਂ ਕੱਢ ਦਿੱਤਾ। ਪਰ ਇੱਕ ਵਾਰ ਵਿਕਾਸ ਦੀਦੀ ਨੂੰ ਸਾਡੇ ਘਰ ਛੱਡਣ ਆਏ ਤਾਂ ਮੈਨੂੰ ਵਿਕਾਸ ਦੇ ਤੌਰ ਤਰੀਕੇ ਸਹੀ ਨਾ ਲੱਗੇ। ਮੈਨੂੰ ਲੱਗਿਆ ਜਿਵੇਂ ਉਹ ਕੋਈ ਨਸ਼ਾ ਕੀਤਾ ਸੀ ਜਾਂ ਫਿਰ ਅੱਖਾਂ ਵਿੱਚ ਨੀਂਦ ਸੀ। ਉਹ ਥੋੜ੍ਹੇ ਜਲਦੀ ਵਿੱਚ ਸੀ। ਉਹ ਦੀਦੀ ਨੂੰ ਗੇਟ ਵਿੱਚ ਹੀ ਛੱਡ ਕੇ ਚਲੇ ਗਏ। ਜਦੋਂ ਮੈਂ ਦੀਦੀ ਤੋਂ ਪੁੱਛਿਆ ਤਾਂ ਉਸਨੇ ਕਿਹਾ, ਸਾਡਾ ਛੋਟਾ ਜਿਹਾ ਝਗੜਾ ਹੋਇਆ, ਕੋਈ ਗੱਲ ਨਹੀਂ, 2 ਦਿਨਾਂ ਨੂੰ ਆ ਜਾਣਗੇ। ਉਹੀ ਗੱਲ ਹੋਈ, ਉਹ 2 ਦਿਨਾਂ ਨੂੰ ਦੀਦੀ ਨੂੰ ਲੈਣ ਆ ਗਏ, ਪਰ ਕੁਝ ਮਹੀਨਿਆਂ ਬਾਅਦ ਉਹ ਸਭ ਨੂੰ ਰੋਂਦਿਆਂ ਹੋਇਆਂ ਛੱਡ ਗਈ। ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸ ਦੀ ਸੱਸ ਨੇ ਕਿਹਾ ਕਿ ਉਸ ਦੇ ਸੀਨੇ ਵਿੱਚ ਦਰਦ ਹੋਇਆ, ਜੋ ਸ਼ਾਇਦ ਦਿਲ ਦਾ ਦੌਰਾ ਸੀ, ਜਿਸ ਦੇ ਕਾਰਨ ਉਹ ਬਚ ਨਾ ਸਕੀ। ਇਸ ਸਦਮੇ ਵਿੱਚੋਂ ਸਾਨੂੰ ਨਿਕਲਣਾ ਬਹੁਤ ਔਖਾ ਸੀ, ਪਰ ਥੋੜ੍ਹੇ ਸਮੇਂ ਬਾਅਦ ਅਸੀਂ ਆਪਣੇ ਆਪਣੇ ਜੀਵਨ ਵਿੱਚ ਵਿਅਸਤ ਹੋ ਗਏ। ਮੇਰੇ ਮਾਤਾ ਪਿਤਾ ਨੇ ਵਿਕਾਸ ਨਾਲ ਮੇਰਾ ਵਿਆਹ ਇਸ ਕਰਕੇ ਕੀਤਾ ਸੀ ਤਾਂ ਕਿ ਮੈਂ ਦੀਦੀ ਦੇ ਵਾਂਗ ਉਸ ਦੇ ਨਾਲ ਖੁਸ਼ ਰਹਿ ਸਕਾਂ, ਪਰ ਉਸ ਦਾ ਸੁਭਾਅ ਮੇਰੀ ਸਮਝ ਤੋਂ ਪਰੇ ਸੀ। ਦਿਨੇ ਤਾਂ ਉਹ ਠੀਕ ਰਹਿੰਦੇ, ਪਰ ਰਾਤ ਨੂੰ ਉਹ ਦੂਜੇ ਕਮਰੇ ਵਿੱਚ ਦੀਦੀ ਦੀ ਫੋਟੋ ਲੈ ਕੇ ਚਲੇ ਜਾਂਦੇ ਤੇ ਉਸ ਨਾਲ ਗੱਲਾਂ ਕਰਦੇ। ਮੈਂ ਉਸ ਦਾ ਦੁੱਖ ਵੰਡਾਉਣਾ ਚਾਹੁੰਦੀ ਸੀ, ਪਰ ਮੈਨੂੰ ਇਹ ਮੌਕਾ ਨਹੀਂ ਮਿਲ ਰਿਹਾ ਸੀ। ਮੈਂ ਇਹਨਾਂ ਖਿਆਲਾਂ ਵਿੱਚ ਹੀ ਸੌਂ ਗਈ। ਮੈਂ ਰਾਤ ਨੂੰ ਅਜੀਬ ਜਿਹਾ ਸੁਪਨਾ ਦੇਖਿਆ। ਮੈਂ ਦੇਖਿਆ ਹਨੇਰੇ ਕਮਰੇ ਵਿੱਚ ਦੀਦੀ ਰੋ ਰਹੀ ਸੀ। ਮੈਂ ਡਰ ਕੇ ਉੱਠ ਖੜੀ ਹੋਈ। ਜਦੋਂ ਅਗਲੀ ਸਵੇਰ ਹੋਈ ਤਾਂ ਵਿਕਾਸ ਦੇ ਬਾਹਰ ਜਾਣ ਤੋਂ ਬਾਅਦ ਮੈਂ ਉਸ ਕਮਰੇ ਦੇ ਅੰਦਰ ਚਲੀ ਗਈ। ਉਸ ਕਮਰੇ ਵਿੱਚ ਸੋਫਾ ਤੇ ਇੱਕ ਅਲਮਾਰੀ ਸੀ। ਇਸ ਤੋਂ ਇਲਾਵਾ ਕੋਈ ਫਰਨੀਚਰ ਨਹੀਂ ਸੀ। ਜਦੋਂ ਮੈਂ ਅਲਮਾਰੀ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਇੱਕ ਬੈਗ ਮੇਰੇ ਪੈਰਾਂ ਵਿੱਚ ਆ ਕੇ ਡਿੱਗ ਗਿਆ। ਜਦੋਂ ਖੋਲ੍ਹ ਕੇ ਦੇਖਿਆ ਤਾਂ ਉਹ ਨਸ਼ੀਲੀਆਂ ਦਵਾਈਆਂ ਨਾਲ ਭਰਿਆ ਹੋਇਆ ਸੀ। ਮੈਂ ਬਹੁਤ ਹੈਰਾਨ ਹੋਈ ਤੇ ਉਹ ਬੈਗ ਚੁੱਕਿਆ ਤੇ ਆਪਣੇ ਕਮਰੇ ਵਿੱਚ ਲੈ ਗਈ। ਸ਼ਾਮ ਹੋਈ ਤਾਂ ਵਿਕਾਸ ਬੇਚੈਨ ਹੋ ਕੇ ਘੁੰਮਣ ਲੱਗਿਆ, ਜਿਵੇਂ ਉਸ ਦਾ ਕੋਈ ਕੀਮਤੀ ਸਮਾਨ ਗੁੰਮ ਗਿਆ ਹੋਵੇ। ਮੈਨੂੰ ਉਸ ਦੀ ਬੇਚੈਨੀ ਮਹਿਸੂਸ ਹੋਈ, ਪਰ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਕਿਉਂਕਿ ਜੇ ਉਹ ਡਰੱਗ ਦਾ ਇਸਤੇਮਾਲ ਕਰ ਰਿਹਾ ਸੀ ਤਾਂ ਮੈਨੂੰ ਇੱਕ ਚੰਗੀ ਪਤਨੀ ਹੋਣ ਦੇ ਨਾਤੇ ਉਸ ਨੂੰ ਰੋਕਣਾ ਚਾਹੀਦਾ ਸੀ। ਇਹ ਦਵਾਈਆਂ ਮੈਂ ਆਪਣੀ ਦੀਦੀ ਦੇ ਪਰਸ ਵਿੱਚ ਵੀ ਦੇਖੀਆਂ ਸੀ। ਮੈਂ ਰਸੋਈ ਵਿੱਚ ਆਪਣੀ ਸੱਸ ਦੇ ਕੋਲ ਗਈ ਤੇ ਉਸ ਨੂੰ ਸਾਰਾ ਕੁਝ ਦੱਸਿਆ ਕਿ ਤੁਹਾਡਾ ਬੇਟਾ ਨਸ਼ੇ ਕਰਦਾ, ਤੁਸੀਂ ਉਸ ਦੇ ਲਈ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ। ਤਾਂ ਉਹ ਕਹਿਣ ਲੱਗੀ ਕਿ ਅਜਿਹੀ ਕੋਈ ਗੱਲ ਨਹੀਂ, ਤੇਰੀ ਭੈਣ ਦੀ ਮੌਤ ਦੇ ਸਦਮੇ ਨੇ ਉਸ ਨੂੰ ਨਸ਼ੇ ਤੇ ਲਾ ਦਿੱਤਾ। ਮੈਂ ਉਸ ਨੂੰ ਸਮਝਾਉਣੀ ਆ। ਸੱਸ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਕਰ ਗਈ। ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਮੈਨੂੰ ਦੀਦੀ ਦਿਖਾਈ ਦਿੱਤੀ। ਉਹ ਮੈਨੂੰ ਕਹਿ ਰਹੀ ਸੀ ਕਿ ਤੂੰ ਮੈਨੂੰ ਇਨਸਾਫ ਦਿਵਾ। ਦੀਦੀ ਨੂੰ ਸੁਪਨੇ ਵਿੱਚ ਇਸ ਤਰ੍ਹਾਂ ਤੜਫਦਾ ਦੇਖ ਮੈਂ ਬੇਚੈਨ ਹੋ ਗਈ। ਮੇਰੇ ਦਿਲ ਵਿੱਚ ਅਜੀਬ ਅਜੀਬ ਖਿਆਲ ਆਉਣ ਲੱਗੇ, ਪਰ ਮੈਂ ਸੋਚਣਾ ਛੱਡ ਦਿੱਤਾ। ਅੱਜ ਰਾਤ ਵਿਕਾਸ ਨੂੰ ਮੈਂ ਉਸ ਦੇ ਕਮਰੇ ਵਿੱਚ 2 ਫੋਟੋ ਫਰੇਮ ਲਿਜਾਂਦੇ ਹੋਏ ਦੇਖਿਆ। ਇੱਕ ਤਾਂ ਦੀਦੀ ਦਾ ਸੀ ਤੇ ਦੂਜਾ ਕਿਸ ਦਾ ਸੀ, ਉਸ ਦਾ ਮੈਨੂੰ ਨਹੀਂ ਪਤਾ ਲੱਗਿਆ। ਅੱਜ ਉਸ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਮੈਂ ਉਸ ਦੇ ਕਮਰੇ ਦੀ ਖਿੜਕੀ ਖੋਲ੍ਹ ਕੇ ਆਈ ਸੀ ਕਿ ਦੇਖ ਸਕਾਂ ਉਹ ਰਾਤ ਨੂੰ ਕੀ ਕਰਦਾ। ਜਦੋਂ ਕਮਰੇ ਵਿੱਚ ਚਲਿਆ ਗਿਆ ਤਾਂ ਮੈਂ ਪਿੱਛੇ ਪਿੱਛੇ ਖਿੜਕੀ ਦੇ ਕੋਲ ਜਾ ਕੇ ਖੜ ਗਈ। ਮੈਂ ਦੇਖਿਆ ਉਹ ਫੋਟੋ ਨਾਲ ਗੱਲਾਂ ਕਰਕੇ ਕਹਿ ਰਹੇ ਸੀ, ਮੇਰੀ ਜਾਨ, ਤੂੰ ਦੂਜੀ ਦੁਨੀਆ ਵਿੱਚ ਕਿੰਨਾ ਇਕੱਲਾ ਮਹਿਸੂਸ ਕਰਦੀ ਹੋਵੇਂਗੀ। ਮੈਂ ਤੈਨੂੰ ਉਦਾਸ ਨਹੀਂ ਦੇਖ ਸਕਦਾ। ਜਲਦੀ ਹੀ ਤੇਰਾ ਇਕੱਲਾਪਣ ਦੂਰ ਕਰ ਦਿਆਂਗਾ, ਬਸ ਥੋੜਾ ਇੰਤਜ਼ਾਰ ਕਰ। ਇੰਨਾ ਕਹਿ ਕੇ ਵਿਕਾਸ ਨੇ ਆਪਣੀ ਗੋਦੀ ਵਿੱਚੋਂ ਦੂਜੀ ਫੋਟੋ ਚੁੱਕੀ ਤੇ ਦੀਦੀ ਦੀ ਫੋਟੋ ਨਾਲ ਜੋੜ ਕੇ ਰੱਖ ਦਿੱਤੀ। ਉਹ ਤਸਵੀਰ ਕਿਸ ਦੀ ਸੀ ਇਸ ਬਾਰੇ ਮੈਨੂੰ ਨਹੀਂ ਪਤਾ ਲੱਗਿਆ, ਪਰ ਵਿਕਾਸ ਦੇ ਮੂੰਹ 'ਚੋਂ ਛੂਹ ਲੈਣ ਵਾਲੇ ਸ਼ਬਦ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਸੁਣਿਆ ਵਿਕਾਸ ਆਤਮ ਹੱਤਿਆ ਦੇ ਬਾਰੇ ਸੋਚ ਰਿਹਾ ਸੀ। ਹੋ ਸਕਦਾ ਉਹ ਦੀਦੀ ਦੀ ਫੋਟੋ ਦੇ ਨਾਲ ਦੂਜੀ ਫੋਟੋ ਵਿਕਾਸ ਦੀ ਹੋਵੇ। ਮੈਂ ਵਿਕਾਸ ਨੂੰ ਇਹ ਸਭ ਕਰਨ ਤੋਂ ਰੋਕਣਾ ਸੀ। ਉਹ ਰਾਤ ਤਾਂ ਮੇਰੀ ਇੱਦਾਂ ਹੀ ਸੋਚਦੇ ਸੋਚਦੇ ਲੰਘ ਗਈ। ਅਗਲੀ ਸਵੇਰ ਹੋਈ ਤਾਂ ਮੇਰੀ ਸੱਸ ਨੇ ਮੈਨੂੰ ਕਿਹਾ,
ਬੇਟਾ ਮੇਰੇ ਫੋਨ ਵਿੱਚ ਰਿਚਾਰਜ ਨਹੀਂ ਆ, ਇਸ ਨੰਬਰ 'ਤੇ ਡਾਕਟਰ ਨੂੰ ਫੋਨ ਲਾ ਦੇ ਤੇ ਮੈਂ ਉਸ ਤੋਂ ਪੁੱਛ ਲਵਾਂ ਕਿਹੜੀ ਦਵਾਈ ਖਾਵਾਂ, ਕਿਉਂਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ। ਮੈਂ ਉਸ ਨੂੰ ਫੋਨ ਲਾ ਕੇ ਫੜਾ ਦਿੱਤਾ, ਪਰ ਗਲਤੀ ਨਾਲ ਉਸ ਉੱਤੇ ਰਿਕਾਰਡਿੰਗ ਲੱਗ ਗਈ ਸੀ। ਸੱਸ ਫੋਨ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਫੋਨ ਸੁਣ ਕੇ ਉਹਨੇ ਮੈਨੂੰ ਫੋਨ ਫੜਾ ਦਿੱਤਾ। ਮੈਂ ਫੋਨ ਨੂੰ ਚਾਰਜ ਲਾ ਕੇ ਕੰਮ ਕਰਨ ਲੱਗ ਗਈ। ਕੰਮ ਖਤਮ ਕਰਕੇ ਜਦੋਂ ਮੈਂ ਆਪਣੇ ਕਮਰੇ ਵਿੱਚ ਆ ਕੇ ਫੋਨ ਦੇਖਣ ਲੱਗੀ ਤਾਂ ਉਸ ਉੱਪਰ ਉਹ ਰਿਕਾਰਡਿੰਗ ਵਾਲਾ ਬਟਨ ਸ਼ੋਅ ਹੋ ਰਿਹਾ ਸੀ। ਮੈਂ ਉਸ ਨੂੰ ਨੱਪਿਆ ਤਾਂ ਉਹ ਰਿਕਾਰਡਿੰਗ ਚੱਲ ਪਈ। ਉਹ ਰਿਕਾਰਡਿੰਗ ਸੁਣਨ ਤੋਂ ਬਾਅਦ ਮੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ। ਮੇਰੀ ਸੱਸ ਡਾਕਟਰ ਨੂੰ ਕਹਿ ਰਹੀ ਸੀ ਕਿ ਡਾਕਟਰ ਸਾਹਿਬ, ਤੇਰੀਆਂ ਦਿੱਤੀਆਂ ਹੋਈਆਂ ਦਵਾਈਆਂ ਮੇਰੇ ਬੇਟੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਤੁਸੀਂ ਤਾਂ ਕਿਹਾ ਸੀ ਤੁਸੀਂ ਉਸ ਦਾ ਦੂਜਾ ਵਿਆਹ ਕਰਵਾ ਦਿਓ ਤਾਂ ਉਹ ਠੀਕ ਹੋ ਜਾਊ, ਪਰ ਉਸ ਵਿੱਚ ਤਾਂ ਭੋਰਾ ਵੀ ਫਰਕ ਨਹੀਂ ਆਇਆ। ਉਹ ਆਪਣੀ ਪਹਿਲੀ ਪਤਨੀ ਨੂੰ ਮਾਰਨ ਤੋਂ ਬਾਅਦ ਹੁਣ ਦੂਜੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ। ਮੈਂ ਤੈਨੂੰ ਹੁਣ ਤੱਕ ਨਾ ਜਾਣੇ ਕਿੰਨੇ ਪੈਸੇ ਦੇ ਦਿੱਤੇ ਆ, ਤੂੰ ਮੇਰੇ ਸਾਰੇ ਪੈਸੇ ਵਾਪਸ ਕਰ ਦੇ। ਮੇਰੇ ਬੇਟੇ ਨੂੰ ਬਿਲਕੁਲ ਵੀ ਫਾਇਦਾ ਨਹੀਂ ਹੋਇਆ। ਮੇਰੀ ਸੱਸ ਦੀ ਗੱਲ ਸੁਣ ਕੇ ਡਾਕਟਰ ਜ਼ੋਰ ਨਾਲ ਹੱਸਿਆ ਤੇ ਬੋਲਿਆ, ਦੇਖੋ ਤੁਹਾਡਾ ਬੇਟਾ ਦਿਮਾਗੀ ਮਰੀਜ਼ ਆ, ਉਸ ਨੂੰ ਠੀਕ ਹੋਣ ਲਈ ਟਾਈਮ ਲੱਗੂਗਾ। ਰਹੀ ਗੱਲ ਪੈਸੇ ਦੀ, ਮੈਂ ਤੇਰੇ ਕਹਿਣ ਤੇ ਤੇਰੀ ਪਹਿਲੀ ਬਹੂ ਦੀ ਨਕਲੀ ਰਿਪੋਰਟ ਬਣਾਈ ਸੀ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ। ਜੇ ਮੈਂ ਤੇਰੀ ਤੇ ਤੇਰੇ ਬੇਟੇ ਦੀ ਇਹ ਕਾਲੀ ਕਰਤੂਤ ਪੁਲਿਸ ਨੂੰ ਦੱਸ ਦਿੱਤੀ, ਜੇਲ੍ਹ ਦੀ ਹਵਾ ਖਾਂਦੀ ਰਹੇਗੀ। ਇਸ ਕਰਕੇ ਕੱਲ੍ਹ ਨੂੰ ਆ ਜਾਵੀਂ ਤੇ ਮੈਂ ਦਵਾਈ ਬਦਲ ਦੇਵਾਂਗਾ। ਹੌਲੀ ਹੌਲੀ ਤੇਰਾ ਬੇਟਾ ਠੀਕ ਹੋਣ ਲੱਗੂ ਤੇ ਹਾਂ, ਮੇਰੀ ਫੀਸ ਜ਼ਰੂਰ ਲੈ ਕੇ ਆਈ। ਇੰਨਾ ਕਹਿ ਕੇ ਡਾਕਟਰ ਨੇ ਫੋਨ ਕੱਟ ਦਿੱਤਾ। ਮੈਂ ਸਦਮੇ ਵਿੱਚ ਬੈਠੀ ਹੋਈ ਸੀ ਕਿ ਮੇਰੀ ਦੀਦੀ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ, ਉਸ ਨੂੰ ਮਾਰਿਆ ਗਿਆ। ਇੰਨੇ ਨੂੰ ਵਿਕਾਸ ਪੀਜ਼ੇ ਦਾ ਡੱਬਾ ਲੈ ਕੇ ਮੇਰੇ ਕੋਲੇ ਆ ਗਿਆ ਤੇ ਕਹਿਣ ਲੱਗਿਆ, ਲੈ ਫੜ, ਜਲਦੀ ਜਲਦੀ ਪੀਜ਼ਾ ਖਾ ਲਾ, ਠੰਡਾ ਹੋ ਜਾਊਗਾ। ਉਹ ਪੀਜ਼ਾ ਰੱਖ ਕੇ ਬਾਹਰ ਚਲਿਆ ਗਿਆ ਤੇ ਮੈਂ ਆਪਣੇ ਪਾਪਾ ਨੂੰ ਫੋਨ ਲਾ ਲਿਆ। ਮੈਂ ਪਾਪਾ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਮੇਰੇ ਤੇ ਯਕੀਨ ਨਾ ਕੀਤਾ। ਫਿਰ ਮੈਂ ਉਹਨਾਂ ਨੂੰ ਉਹੀ ਰਿਕਾਰਡਿੰਗ ਭੇਜੀ ਤਾਂ ਜਾ ਕੇ ਉਹਨਾਂ ਨੇ ਮੇਰੇ ਤੇ ਯਕੀਨ ਆਇਆ। ਮੇਰੇ ਪਾਪਾ ਨੇ ਕਿਹਾ, ਮੈਂ ਆਉਣਾ, ਤੂੰ ਪੁਲਿਸ ਨੂੰ ਫੋਨ ਕਰ ਜਲਦੀ ਨਾਲ। ਪਾਪਾ ਵੱਲੋਂ ਭੇਜੇ ਗਏ ਨੰਬਰ 'ਤੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਆਪਣੇ ਘਰ ਦਾ ਐਡਰੈਸ ਦੇ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਉੱਥੇ ਪੁਲਿਸ ਪਹੁੰਚ ਗਈ। ਮੇਰੇ ਪਤੀ ਤੇ ਸੱਸ ਨੂੰ ਫੜ ਲਿਆ। ਉਹ ਆਪਣੇ ਬੇਕਸੂਰ ਹੋਣ ਦੀਆਂ ਸਫਾਈਆਂ ਦੇਣ ਲੱਗੇ ਤਾਂ ਮੈਂ ਉਹ ਰਿਕਾਰਡਿੰਗ ਕੱਢ ਕੇ ਪੁਲਿਸ ਦੇ ਸਾਹਮਣੇ ਰੱਖ ਦਿੱਤੀ। ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਤੇ ਮੈਂ ਆਪਣੀ ਦੀਦੀ ਦੀਆਂ ਕੁਝ ਯਾਦਾਂ ਤੇ ਆਪਣਾ ਸਮਾਨ ਲੈ ਕੇ ਹਮੇਸ਼ਾ ਲਈ ਆਪਣੀ ਮੰਮੀ ਪਾਪਾ ਕੋਲ ਆ ਗਈ। ਕਹਿੰਦੇ ਆ, ਰੱਬ ਨੇ ਜਿਸ ਨੂੰ ਬਚਾਉਣਾ ਹੁੰਦਾ ਆਪੇ ਹੀ ਬਚਾ ਲੈਂਦਾ। ਉਸ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮੈਂ ਉਹਨਾਂ ਦਰਿੰਦਿਆਂ ਕੋਲੋਂ ਬਚ ਗਈ। ਸੋ ਦੋਸਤੋ, ਕਿਵੇਂ ਲੱਗੀ ਕਹਾਣੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।